ਆਰਗੈਨਿਕ ਖਾਦ ਜੀ ਜਿਸ ਨੂੰ ਅਸੀਂ ਵਰਮੀ ਕੰਪੋਸਟ ਕਹਿੰਦੇ ਆ ਤੇ ਸਿੱਧੇ ਸ਼ਬਦਾਂ ਵਿੱਚ ਇਸ ਨੂੰ ਯਾਨੀ ਕਿ ਕੁਈਨ ਆਫ ਕੰਪੋਸਟ ਵੀ ਕਹਿੰਦੇ ਨੇ ਜੀ। ਤੇ ਇਹ ਜੀ ਗੰਡੋਇਆਂ ਤੋਂ ਤਿਆਰ ਕੀਤੀ ਜਾਂਦੀ ਹੈ, ਕਾਊ ਡੰਗ ਤੋਂ ਤੇ ਗੋਬਰ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਕੇਂਚੂਆ ਗੋਬਰ ਨੂੰ ਖਾ ਕੇ ਕੰਪੋਸਟ ਵਿੱਚ ਤਬਦੀਲ ਕਰਦਾ, ਜਿਸ ਨੂੰ ਅਸੀਂ ਵਰਮੀ ਕੰਪੋਸਟ ਕਹਿੰਦੇ ਆ ਜੀ। ਇਸ ਦੇ ਲਈ ਖਾਸ ਕਿਸਮ ਦਾ ਗੰਡੋਆ ਹੁੰਦਾ ਹੈ ਜੀ, ਜਿਸ ਨੂੰ ਐਸੀਨੀਆ ਫੈਟੀਡਾ ਕਹਿੰਦੇ ਨੇ ਜੀ, ਇੰਗਲਿਸ਼ ਨੇਮ ਇਹਨਾਂ ਦਾ। ਤੇ ਆਸਟ੍ਰੇਲੀਅਨ ਗੰਡੋਏ ਨੇ ਜੀ ਇਹ, ਜੋ ਕਿ ਦਿਨ ਰਾਤ ਕੰਮ ਕਰਦੇ ਨੇ ਜੀ। ਇਹ ਰੈੱਡ ਵਾਰਮ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ। ਤੇ ਇਹ ਗੋਹੇ ਨੂੰ ਖਾ ਕੇ ਉਹਨੂੰ ਵਰਮੀ ਕੰਪੋਸਟ ਵਿੱਚ ਤਬਦੀਲ ਕਰਦੇ ਨੇ ਜੀ, ਆਰਗੈਨਿਕ ਖਾਦ ਵਿੱਚ ਤਬਦੀਲ ਕਰ ਦਿੰਦੇ ਨੇ। ਮੈਂ ਤਕਰੀਬਨ 15 ਸਾਲ ਜੌਬ ਕੀਤੀ ਹੈ ਜੀ। ਜਿਵੇਂ ਪਿੰਡਾਂ 'ਚ ਖੇਤੀਬਾੜੀ ਸਭਾਵਾਂ ਹੁੰਦੀਆਂ ਨੇ ਜੀ, ਬਟ ਸਾਡੇ ਇੱਥੇ ਸ਼ਹਿਰਾਂ 'ਚ ਮੋਹਾਲੀ ਵਾਲੇ ਸ਼ਹਿਰ ਵਿੱਚ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀਆਂ ਹੁੰਦੀਆਂ ਨੇ ਜੀ। ਉਹਨਾਂ ਦੇ ਵਿੱਚ ਮੈਂ 15 ਸਾਲ ਐਜ਼ ਏ ਸੈਕਟਰੀ ਮੈਨੇਜਰ ਜੌਬ ਕੀਤੀ ਹੈ ਜੀ। ਘਰਦਿਆਂ ਨੂੰ ਤਾਂ ਚਲੋ ਸਿਚੁਏਸ਼ਨ ਪਤਾ ਹੀ ਹੁੰਦੀ ਹੈ, ਬਟ ਰਿਸ਼ਤੇਦਾਰੀਆਂ 'ਚ ਲੋਕਾਂ ਨੂੰ ਇਹ ਹੁੰਦਾ ਕਿ ਯਾਰ ਤੂੰ 15 ਸਾਲ ਏਸੀ 'ਚ ਬੈਠ ਕੇ ਜੌਬ ਕੀਤੀ ਹੈ ਤੇ ਹੁਣ ਕਿੱਥੇ ਗੋਹੇ 'ਚ ਹੱਥ ਮਾਰੇਗਾ। ਹੁੰਦਾ ਹੈ ਜੀ, ਡੀਮੋਟੀਵੇਟ ਕਰਦੇ ਨੇ ਲੋਕ। ਬਟ ਜਦੋਂ ਤੁਸੀਂ ਠਾਣ ਲੈਂਦੇ ਹੋ ਨਾ ਕਿ ਮੈਂ ਕਿਤੇ ਫੀਲਡ 'ਚ ਉਤਰਨਾ ਹੈ ਤੇ ਫਿਰ ਉਤਰ ਜਾਣਾ ਚਾਹੀਦਾ ਜੀ, ਤੇ ਫਿਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਦੇਖੋ ਜੀ, ਗੰਡੋਆ ਸ਼ੁਰੂ 'ਚ ਮੈਂ ਲਿਆ ਸੀ ਜੈਪੁਰ ਰਾਜਸਥਾਨ ਤੋਂ ਜੀ। ਥੋੜੀ ਮਾਤਰਾ ਵਿੱਚ ਲਿਆ ਸੀ, ਥੋੜੇ ਬੈੱਡ ਲਗਾਏ ਸੀ। ਬਟ ਇਹਦੀ ਖਾਸੀਅਤ ਗੰਡੋਏ ਦੀ ਇਹ ਹੈ ਜੀ ਕਿ ਇਹ ਗੰਡੋਆ ਆਪਣੇ ਆਪ ਨੂੰ ਮਲਟੀਪਲਾਈ ਕਰ ਲੈਂਦਾ ਜੀ। ਯਾਨੀ ਕਿ 2 ਮਹੀਨੇ ਵਿੱਚ ਜੇ ਤੁਸੀਂ 20 ਕਿਲੋ ਲੈ ਕੇ ਆਉਂਦੇ ਤਾਂ 40 ਕਿਲੋ ਬਣ ਜਾਂਦੇ ਨੇ ਜੀ। ਇਹ 'ਚ ਸਭ ਤੋਂ ਮੇਨ ਗੰਡੋਇਆਂ 'ਚ ਫਰਕ ਇਹ ਹੈ ਜੀ ਵੀ ਜਿਹੜਾ ਆਪਣਾ ਦੇਸੀ ਗੰਡੋਆ ਹੁੰਦਾ, ਜਿਹੜੇ ਆਪਣਾ ਖੇਤਾਂ 'ਚ ਤੁਸੀਂ ਆਮ ਦੇਖਦੇ ਹੋ ਜੀ, ਉਹ ਗੰਡੋਆ 90% ਮਿੱਟੀ ਖਾਂਦਾ ਹੈ ਜੀ ਤੇ 10% ਬਾਇਓ ਆਰਗੈਨਿਕ ਪਦਾਰਥ ਖਾਂਦਾ। ਇਹ 'ਚ ਉਲਟ ਹੈ ਜੀ, ਇਹ 'ਚ 90% ਬਾਇਓ ਆਰਗੈਨਿਕ ਗਲਣ ਸੜਨ ਵਾਲੇ ਪਦਾਰਥ ਖਾਂਦਾ ਹੈ ਤੇ 10% ਮਿੱਟੀ ਖਾਂਦਾ ਹੈ ਜੀ। ਨਵੇਂ ਕਿਸਾਨਾਂ ਨੂੰ ਤੇ ਜਿਹੜੇ ਆਪਣੇ ਬਾਗਬਾਨੀ ਕਰਦੇ ਆ ਜਾਂ ਲੋਕ ਟੈਰਸ ਗਾਰਡਨ ਜਾਂ ਕਿਤੇ ਵੀ ਯੂਜ਼ ਕਰਦੇ ਆ ਆਮ ਖਾਦ, ਰੂੜੀ ਖਾਦ ਜਿਹਨੂੰ ਕਹਿੰਦੇ ਨੇ, ਉਹਦਾ ਇੱਕ ਸਭ ਤੋਂ ਵੱਡਾ ਮਾਈਨਸ ਪੁਆਇੰਟ ਹੈ ਜੀ ਕਿ ਉਹ 'ਚ ਦੀਮਕ ਆ ਜਾਂਦੀ ਹੈ ਜੀ, ਟਰਮਾਈਟ ਜਿਹਨੂੰ ਕਹਿੰਦੇ ਆ। ਕਿਉਂਕਿ ਕੱਚਾ ਗੋਬਰ ਉਹਦਾ ਖਾਣਾ ਹੈ ਜੀ, ਉਹਨੇ ਆਉਣਾ ਹੀ ਆਉਣਾ ਤੇ ਉਹ ਫਿਰ ਨੁਕਸਾਨ ਵੀ ਕਰਦਾ ਹੈ। ਜਿਹੜਾ ਪੌਦਾ ਹੁੰਦਾ ਨਾ ਜੀ, ਕੋਈ ਵੀ ਫਰੂਟ ਵਾਲਾ ਪੌਦਾ ਜਾਂ ਆਪਣਾ ਜੋ ਵੀ ਅਨਾਜ ਅਨੂਜ ਹੁੰਦੇ ਨੇ ਜੀ, ਇਹਨਾਂ ਨੂੰ 16 ਤਰ੍ਹਾਂ ਦੇ ਤੱਤ ਚਾਹੀਦੇ ਹੁੰਦੇ ਨੇ ਜੀ। 16 ਤੱਤਾਂ 'ਚੋਂ ਇਹ 3 ਮਿੱਟੀ, ਪਾਣੀ ਤੇ ਹਵਾ 'ਚੋਂ ਲੈ ਲੈਂਦੇ ਨੇ ਜੀ। 13 ਤੱਤ ਵਰਮੀ ਕੰਪੋਸਟ ਵਿੱਚ ਮੌਜੂਦ ਹੈ ਜੀ। ਇਹਦੀ ਨਿਊਟ੍ਰੀਸ਼ਨ ਵੈਲਿਊ ਉਸ ਖਾਦ ਨਾਲੋਂ 8 ਗੁਣਾ ਜ਼ਿਆਦਾ ਹੈ ਜੀ। ਉਹ ਨਿਊਟ੍ਰੀਸ਼ਨ ਵੈਲਿਊ ਇਵੇਂ ਹੈ ਜਿਵੇਂ ਇਹਦੇ ਵਿੱਚ ਲੋਹਾ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਕਾਰਬਨ, ਬਾਇਓ ਕਾਰਬਨ, ਇਹ ਸਾਰੇ ਪ੍ਰੋਡਕਟ 13 ਤਰ੍ਹਾਂ ਦੇ ਇਹਦੇ ਵਿੱਚ ਇਨਕਲੂਡ ਹੁੰਦੇ ਆ। NAP, DAP, ਜੋ ਕਿ ਸਾਨੂੰ ਬਾਅਦ 'ਚ ਪਾਉਣ ਦੀ ਲੋੜ ਨਹੀਂ ਹੈ ਜੀ। ਜੇ ਤੁਸੀਂ ਵਰਮੀ ਕੰਪੋਸਟ ਆਪਣੇ ਖੇਤ 'ਚ ਪਾਉਂਦੇ ਹੋ ਤਾਂ ਇਹਦੀ ਮਾਤਰਾ ਘਟਦੀ ਜਾਂਦੀ ਹੈ। ਜਦੋਂ ਕਿ ਯੂਰੀਆ, DAP ਜਦੋਂ ਤੁਸੀਂ ਪਾਓਗੇ ਤਾਂ ਹਰੇਕ ਸਾਲ 5 ਕਿਲੋ 2 ਕਿਲੋ ਵਧਾ ਕੇ ਪਾਉਣਾ ਪੈਂਦਾ ਜੀ। ਇਹ 'ਚ ਕੀ ਹੈ ਕਿ ਜੀ, ਇੱਕ ਤਾਂ ਇਹ ਤੁਹਾਡੇ ਖੇਤ ਨੂੰ ਕਰ ਦੂਗੀ ਆਰਗੈਨਿਕ, ਠੀਕ ਹੈ ਜੀ। ਨੰਬਰ 2, ਇਹ ਖਾਦ ਘਟਦੀ ਜਾਂਦੀ ਹੈ ਕਿਉਂਕਿ ਤੁਹਾਡਾ ਖੇਤ ਇੰਨਾ ਨਿਊਟ੍ਰੀਸ਼ਨ ਹੋ ਜਾਣਾ ਜ਼ਮੀਨ 'ਚ, ਤੁਹਾਡੇ ਸੋਇਲ ਹੈ ਜਿਹੜੀ ਮਿੱਟੀ ਆ ਉਹ ਇੰਨੀ ਉਪਜਾਊ ਹੋ ਜਾਣੀ, ਫਿਰ ਤੁਹਾਨੂੰ ਖਾਦ ਜ਼ਿਆਦਾ ਪਾਉਣ ਦੀ ਲੋੜ ਹੀ ਨਹੀਂ ਪੈਣੀ। ਤੇ ਗੰਡੋਆ ਸਭ ਤੋਂ ਕਹਿੰਦੇ ਆ ਵੀ ਕਿਸਾਨ ਦਾ ਸੱਚਾ ਮਿੱਤਰ ਹੈ ਜੀ। ਇਹ 20 ਵਾਰ ਦਿਨ 'ਚ ਉੱਤੇ ਜਾਂਦਾ ਹੈ, 20 ਵਾਰ ਨੀਚੇ ਆਉਂਦਾ ਹੈ, ਯਾਨੀ ਕਿ 40 ਸੁਰਾਖ ਬਣਾਉਂਦਾ ਹੈ ਇੱਕ ਦਿਨ 'ਚ, ਠੀਕ ਹੈ ਜੀ। ਜਿਸ ਨਾਲ ਪਾਣੀ ਤੇ ਹਵਾ ਜ਼ਮੀਨ ਚ ਪਹੁੰਚਦੀ ਹੈ ਤੇ ਤੁਹਾਡੀ ਜਿਹੜੀ ਫਸਲ ਹੈ ਉਹ ਪੈਦਾਵਾਰ ਅੱਛੀ ਹੋਏਗੀ ਜੀ, ਪ੍ਰੋਡਕਸ਼ਨ ਅੱਛੀ ਹੋਏਗੀ। ਕਿ ਕਿਸਾਨਾਂ ਲਈ ਟ੍ਰੇਨਿੰਗ ਫ੍ਰੀ ਹੈ ਜੀ, ਫ੍ਰੀ ਆਫ ਕਾਸਟ ਹੈ। ਕਦੇ ਵੀ ਤੁਸੀਂ ਆ ਸਕਦੇ ਹੋ ਮੇਰੇ ਯੂਨਿਟ ਤੇ, ਬਿਲਕੁਲ ਫ੍ਰੀ ਆਫ ਕਾਸਟ ਤੇ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ। ਦੇਖੋ ਜੀ, ਜੇ ਗੱਲ ਕਰੀਏ ਕਾਸਟ ਦੀ, ਪਹਿਲਾਂ ਤਾਂ ਜੇ ਆਪਾਂ 1 ਏਕੜ ਦੇ ਵਿੱਚ ਆਪਾਂ ਰੂੜੀ ਖਾਦ ਪਾਉਂਦੇ ਹਾਂ, ਕਿਉਂਕਿ 6-7 ਟਰਾਲੀਆਂ ਪੈਂਦੀਆਂ ਨੇ ਜੀ ਉਹ। ਉਸ ਤੋਂ ਇਲਾਵਾ DAP, ਯੂਰੀਆ, ਪੈਸਟੀਸਾਈਡ ਪਾਉਣੇ ਪੈਂਦੇ ਆ। ਜਦੋਂ ਓਵਰਆਲ ਜੇ ਆਪਾਂ ਖਰਚਾ ਮੰਨੀਏ ਤਾਂ 30,000 ਰੁਪਇਆ ਖਰਚਾ ਆ ਜਾਂਦਾ ਜੀ 1 ਕਿੱਲੇ ਤੇ। ਜੇਕਰ ਆਪਾਂ 2 ਜਾਂ 3 ਟਨ ਪਾਉਂਦੇ ਹਾਂ, 3 ਟਨ ਪਾ ਦਿੰਦੇ ਹਾਂ ਤਾਂ ਉਹ 18,000 ਦੀ ਬਣਦੀ ਹੈ ਜੀ। ਤੇ ਇਸ ਕਰਕੇ ਤੁਹਾਡਾ 12,000 ਸਾਲ ਦਾ ਬਚਦਾ ਹੀ ਹੈ ਤੇ ਤੁਹਾਡਾ ਖਾਦ ਵੀ ਆਰਗੈਨਿਕ ਵੱਲ ਹੋ ਜਾਂਦਾ ਜੀ। 3 ਸਾਲ ਵਿੱਚ ਤੁਹਾਡਾ ਇਹ ਖੇਤ ਤੁਹਾਡਾ ਆਰਗੈਨਿਕ ਹੋ ਜਾਂਦਾ ਹੈ ਜੀ ਤੇ ਕੁਆਂਟੀਟੀ ਘਟਦੀ ਜਾਂਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼। ਮੈਂ ਹਰਮਨ ਮੀਆਂਪੁਰੀ। ਕਿਸਾਨੀ ਤੇ ਵਿਗਿਆਨੀ ਦੇ ਵਿੱਚ ਫਰਕ ਬੜਾ ਏ, ਪਰ ਦੋਹਾਂ ਦੀਆਂ ਗੱਲਾਂ ਦੇ ਵਿੱਚ ਤਰਕ ਬੜਾ ਏ। ਧਰਤੀ ਦੀ ਹਿੱਕ ਵਿੱਚੋਂ ਜਿਹੜਾ ਫਸਲ ਉਗਾ ਸਕਦਾ ਹੈ, ਆਈ ਤੇ ਆਜੇ ਚੰਨ ਵੀ ਫੜ ਕੇ ਥੱਲੇ ਲਾ ਸਕਦਾ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮੋਹਾਲੀ,
ਡਿਸਟ੍ਰਿਕਟ ਮੋਹਾਲੀ ਚ ਪੈਂਦੇ ਪਿੰਡ ਦੋ ਮਾਜਰਾ, ਜਿੱਥੋਂ ਦੇ ਇੱਕ ਕਿਸਾਨ ਵੀਰ, ਇੱਕ ਨੌਜਵਾਨ ਧਰਮਿੰਦਰ ਲਾਡੀ, ਜਿਨ੍ਹਾਂ ਨੇ ਚੰਨ ਨੂੰ ਥੱਲੇ ਲਾਉਣ ਵਾਲੀ ਗੱਲ ਕੀਤੀ ਹੈ, ਜੋ ਗੰਡੋਇਆ ਰਾਹੀਂ ਆਰਗੈਨਿਕ ਖਾਦ ਤਿਆਰ ਕਰਦੇ ਨੇ। ਸੋ ਕਿਸ ਤਰ੍ਹਾਂ ਤਿਆਰ ਕਰਦੇ ਨੇ, ਕੀ ਕਾਰਨ ਹੈ? ਖਾਸੀਅਤ ਇਹ ਹੈ ਕਿ ਜਿੱਥੇ ਅੱਜ ਦੇ ਟਾਈਮ 'ਚ ਮੁੰਡੇ ਨੌਕਰੀਆਂ ਲੱਭਦੇ ਫਿਰਦੇ ਨੇ, ਉਹਨੇ ਨੌਕਰੀ ਛੱਡ ਕੇ ਇਸ ਕਿੱਤੇ ਵੱਲ ਆਏ ਨੇ। ਸੋ ਕਿਉਂ ਆਏ ਨੇ, ਕੀ ਰੀਜ਼ਨ ਨੇ, ਗੱਲਬਾਤ ਕਰਾਂਗੇ ਨਾਲ। ਸਭ ਤੋਂ ਪਹਿਲਾਂ ਸਵਾਗਤ ਕਰਦੇ ਧਰਮਿੰਦਰ ਜੀ ਦਾ। ਸਰ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਗਤ ਕਰਦਾ ਜੀ ਸਾਰੀ ਦਿਸ਼ਾ ਅਪਡੇਟ ਟੀਮ ਦਾ ਤੇ ਨਾਲ ਉਹਨਾਂ ਦੇ ਦਰਸ਼ਕਾਂ ਦਾ ਜੀ, ਆਪਣੇ ਵਰਮੀ ਕੰਪੋਸਟ ਯੂਨਿਟ ਕੁਦਰਤ ਆਰਗੈਨਿਕ ਫਾਰਮ ਤੇ ਜੀ। ਧਰਮਿੰਦਰ ਜੀ, ਫੈਮਿਲੀ 'ਚ ਹੋਰ ਕੌਣ ਨੇ, ਜਨਮ ਕਿੱਥੇ ਹੋਇਆ, ਸਟੱਡੀ ਵਗੈਰਾ ਕਿੱਥੋਂ ਦੀ ਹੈ? ਦੇਖੋ ਜੀ, ਮੇਰੀ ਸਟੱਡੀ ਤੇ ਮੇਰਾ ਜਨਮ ਚੰਡੀਗੜ੍ਹ ਦਾ ਹੈ ਜੀ, ਤੇ ਮੈਂ 41 ਚੰਡੀਗੜ੍ਹ ਵਿੱਚ ਮੇਰੀ ਰਿਹਾਇਸ਼ ਸੀ ਜੀ। ਉਸ ਤੋਂ ਬਾਅਦ ਮੈਂ ਹੁਣ ਜੋ ਕਰੰਟ ਸਨੀ ਇਨਕਲੇਵ ਖਰੜ ਵਿੱਚ ਰਹਿਣਾ ਹੈ ਜੀ। ਧਰਮਿੰਦਰ ਜੀ, ਮੈਂ ਜਿਵੇਂ ਭੂਮਿਕਾ 'ਚ ਕਿਹਾ ਕਿ ਜਿੱਥੇ ਅੱਜਕੱਲ ਮੁੰਡੇ ਨੌਕਰੀਆਂ ਲੱਭਦੇ ਫਿਰਦੇ ਨੇ, ਤੇ ਤੁਸੀਂ ਨੌਕਰੀ ਛੱਡ ਕੇ ਇਸ ਪੇਸ਼ੇ ਵੱਲ ਆਏ ਹੋ। ਕਿਹੜੇ ਡਿਪਾਰਟਮੈਂਟ ਨੌਕਰੀ ਕਰਦੇ ਸੀ ਤੇ ਇਸ ਪੇਸ਼ੇ ਵੱਲ ਕਿੱਦਾਂ ਆਉਣਾ ਹੋਇਆ? ਜੀ ਸਰ, ਮੈਂ ਤਕਰੀਬਨ 15 ਸਾਲ ਜੌਬ ਕੀਤੀ ਹੈ ਜੀ। ਜਿਵੇਂ ਆਪਣੀਆਂ ਸਹਿਕਾਰੀ ਸਭਾਵਾਂ ਹੁੰਦੀਆਂ ਨੇ ਜੀ, ਪਿੰਡਾਂ 'ਚ ਖੇਤੀਬਾੜੀ ਸਭਾਵਾਂ ਹੁੰਦੀਆਂ ਨੇ ਜੀ, ਬਟ ਸਾਡੇ ਇੱਥੇ ਸ਼ਹਿਰਾਂ 'ਚ, ਮੋਹਾਲੀ ਵਾਲੇ ਸ਼ਹਿਰ ਵਿੱਚ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀਆਂ ਹੁੰਦੀਆਂ ਨੇ ਜੀ। ਉਹਨਾਂ ਦੇ ਵਿੱਚ ਮੈਂ 15 ਸਾਲ ਐਜ਼ ਏ ਸੈਕਟਰੀ ਮੈਨੇਜਰ ਜੌਬ ਕੀਤੀ ਹੈ ਜੀ। ਤੇ ਉਸ ਤੋਂ ਬਾਅਦ ਕਿਸੇ ਕਾਰਨਵਰਸ਼ ਉਹਦਾ ਟੈਂਡਰ ਕੈਂਸਲ ਹੋ ਗਿਆ ਜੀ ਉਸ ਫਰਮ ਦਾ, ਤੇ ਮੈਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਮੈਂ ਆਪਣੇ ਕਿਸੇ ਹੋਰ ਧੰਦੇ ਵਿੱਚ ਜਾਵਾਂ ਜੀ। ਧਰਮਿੰਦਰ ਜੀ, ਆਰਗੈਨਿਕ ਖਾਦ ਦੀ ਗੱਲ ਕਰੀਏ ਆਪਾਂ, ਕਿਸ ਤਰ੍ਹਾਂ ਤਿਆਰ ਹੁੰਦੀ ਹੈ, ਕਿੱਦਾਂ ਤਿਆਰ ਕੀਤੀ ਜਾਂਦੀ ਹੈ, ਕੀ ਪ੍ਰੋਸੈਸ ਨੇ ਇਹਦੇ? ਜੀ ਸਰ, ਆਰਗੈਨਿਕ ਖਾਦ ਜੀ, ਜਿਸ ਨੂੰ ਅਸੀਂ ਵਰਮੀ ਕੰਪੋਸਟ ਕਹਿੰਦੇ ਆ, ਤੇ ਸਿੱਧੇ ਸ਼ਬਦਾਂ ਵਿੱਚ ਇਸ ਨੂੰ ਯਾਨੀ ਕਿ ਕੁਈਨ ਆਫ ਕੰਪੋਸਟ ਵੀ ਕਹਿੰਦੇ ਨੇ ਜੀ। ਤੇ ਇਹ ਜੀ ਗੰਡੋਇਆਂ ਤੋਂ ਤਿਆਰ ਕੀਤੀ ਜਾਂਦੀ ਹੈ, ਕਾਓ ਡੰਗ ਤੋਂ ਤੇ ਗੋਬਰ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਕੇਂਚੂਆ ਗੋਬਰ ਨੂੰ ਖਾ ਕੇ ਕੰਪੋਸਟ ਵਿੱਚ ਤਬਦੀਲ ਕਰਦਾ, ਜਿਸ ਨੂੰ ਅਸੀਂ ਵਰਮੀ ਕੰਪੋਸਟ ਕਹਿੰਦੇ ਆ ਜੀ। ਕਿਸ ਤਰ੍ਹਾਂ ਦੇ ਗੰਡੋਏ ਹੁੰਦੇ ਆ, ਖਾਸ ਸਪੈਸ਼ਲ ਕੋਈ, ਕਿੱਥੋਂ ਪਰਚੇਜ਼ ਕਰਦੇ ਹੋ? ਹਾਂਜੀ, ਦੇਖੋ ਜੀ, ਇਸ ਦੇ ਲਈ ਖਾਸ ਕਿਸਮ ਦਾ ਗੰਡੋਆ ਹੁੰਦਾ ਹੈ ਜੀ, ਜਿਸ ਨੂੰ ਐਸੀਨੀਆ ਫੈਟੀਡਾ ਕਹਿੰਦੇ ਨੇ ਜੀ, ਇੰਗਲਿਸ਼ ਨੇਮ ਇਹਨਾਂ ਦਾ। ਤੇ ਆਸਟ੍ਰੇਲੀਅਨ ਗੰਡੋਏ ਨੇ ਜੀ ਇਹ, ਜੋ ਕਿ ਦਿਨ ਰਾਤ ਕੰਮ ਕਰਦੇ ਨੇ ਜੀ। ਇਹ ਰੈੱਡ ਵਾਰਮ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ। ਤੇ ਇਹ ਗੋਹੇ ਨੂੰ ਖਾ ਕੇ ਉਹਨੂੰ ਵਰਮਿੰਗ ਕੰਪੋਸਟ ਵਿੱਚ ਤਬਦੀਲ ਕਰਦੇ ਨੇ ਜੀ, ਆਰਗੈਨਿਕ ਖਾਦ ਵਿੱਚ ਤਬਦੀਲ ਕਰ ਦਿੰਦੇ ਨੇ ਜੀ। ਕਿੱਥੋਂ ਪਰਚੇਜ਼ ਕਰਦੇ ਹੋ ਗੰਡੋਆ? ਦੇਖੋ ਜੀ, ਗੰਡੋਆ ਸ਼ੁਰੂ 'ਚ ਮੈਂ ਲਿਆ ਸੀ ਜੈਪੁਰ ਰਾਜਸਥਾਨ ਤੋਂ ਜੀ। ਥੋੜੀ ਮਾਤਰਾ ਵਿੱਚ ਲਿਆ ਸੀ, ਥੋੜੇ ਬੈੱਡ ਲਗਾਏ ਸੀ। ਬਟ ਇਹਦੀ ਖਾਸੀਅਤ ਗੰਡੋਏ ਦੀ ਇਹ ਹੈ ਜੀ ਕਿ ਇਹ ਗੰਡੋਆ ਆਪਣੇ ਆਪ ਨੂੰ ਮਲਟੀਪਲਾਈ ਕਰ ਲੈਂਦਾ ਜੀ। ਯਾਨੀ ਕਿ 2 ਮਹੀਨੇ ਵਿੱਚ ਜੇ ਤੁਸੀਂ 20 ਕਿਲੋ ਲੈ ਕੇ ਆਉਂਦੇ ਤਾਂ 40 ਕਿਲੋ ਬਣ ਜਾਂਦੇ ਨੇ ਜੀ। ਇਹ ਤਾਂ ਵੱਧਦੇ ਜਾਂਦੇ ਨੇ ਜੀ, ਗੰਡੋਏ ਮਲਟੀਪਲਾਈ ਹੁੰਦੇ ਜਾਂਦੇ ਨੇ ਜੀ। ਆਮ ਗੰਡੋਆ ਤੇ ਇਹਨਾਂ ਗੰਡੋਇਆਂ 'ਚ ਫਰਕ ਕੀ ਹੈ? ਹਾਂਜੀ, ਇਹ 'ਚ ਸਭ ਤੋਂ ਮੇਨ ਗੰਡੋਇਆਂ 'ਚ ਫਰਕ ਇਹ ਹੈ ਜੀ ਵੀ ਜਿਹੜਾ ਆਪਣਾ ਦੇਸੀ ਗੰਡੋਆ ਹੁੰਦਾ, ਜਿਹੜੇ ਆਪਣਾ ਖੇਤਾਂ 'ਚ ਤੁਸੀਂ ਆਮ ਦੇਖਦੇ ਹੋ ਜੀ, ਉਹ ਗੰਡੋਆ 90% ਮਿੱਟੀ ਖਾਂਦਾ ਹੈ ਜੀ, ਤੇ 10% ਬਾਇਓ ਆਰਗੈਨਿਕ ਪਦਾਰਥ ਖਾਂਦਾ। ਇਹ 'ਚ ਉਲਟ ਹੈ ਜੀ, ਇਹ 'ਚ 90% ਬਾਇਓ ਆਰਗੈਨਿਕ ਗਲਣ ਸੜਨ ਵਾਲੇ ਪਦਾਰਥ ਖਾਂਦਾ ਹੈ ਤੇ 10% ਮਿੱਟੀ ਖਾਂਦਾ ਜੀ। ਤੇ ਇੱਕ ਇਹਦੀ ਖਾਸੀਅਤ ਹੋਰ ਵੀ ਹੈ ਜੀ, ਜਿਹੜਾ ਦੇਸੀ ਗੰਡੋਆ ਹੁੰਦਾ ਉਹ 6-7 ਫੁੱਟ ਨੀਚੇ ਚਲੇ ਜਾਂਦਾ ਜ਼ਮੀਨ ਦੇ ਜੀ। ਬਟ ਇਹ ਗੰਡੋਆ ਜਿਹੜਾ ਆਸਟ੍ਰੇਲੀਅਨ ਗੰਡੋਆ ਹੁੰਦਾ ਹੈ 1.5 ਫੁੱਟ ਤੱਕ ਹੀ ਨੀਚੇ ਜਾਂਦਾ ਹੈ। ਇਸੇ ਕਰਕੇ ਅਸੀਂ ਬੈੱਡ ਵੀ ਜਿਹੜੇ ਬਣਾਉਂਦੇ ਹਾਂ ਜੀ ਖਾਦ ਵਾਸਤੇ, ਉਹ 1.5 ਫੁੱਟ ਤੋਂ 2 ਫੁੱਟ ਦੀ ਉਚਾਈ ਰੱਖਦੇ ਹਾਂ ਕਿ ਉਹ ਗੰਡੋਆ ਓਨੇ 'ਚ ਹੀ ਉਹਨੂੰ ਖਾ ਕੇ ਤਬਦੀਲ ਕਰਦੇ ਖਾਦ 'ਚ। ਹਾਂਜੀ ਧਰਮਿੰਦਰ ਜੀ, ਆਮ ਖਾਦ ਤੇ ਆਰਗੈਨਿਕ ਖਾਦ ਵਿੱਚ ਕੀ ਡਿਫਰੈਂਸ ਹੈ, ਕੀ ਫਰਕ ਹੈ? ਹਾਂਜੀ, ਦੇਖੋ ਜੀ, ਆਮ ਖਾਦ ਜਿਹੜੀ ਰੂੜੀ ਖਾਦ ਹੈ ਜੀ, ਉਹ ਮੈਂ ਨਵੇਂ ਕਿਸਾਨਾਂ ਨੂੰ ਤੇ ਜਿਹੜੇ ਆਪਣੇ ਬਾਗਬਾਨੀ ਕਰਦੇ ਆ ਜਾਂ ਲੋਕ ਟੈਰਸ ਗਾਰਡਨ ਜਾਂ ਕਿਤੇ ਵੀ ਯੂਜ਼ ਕਰਦੇ ਆ, ਆਮ ਖਾਦ ਰੂੜੀ ਖਾਦ ਜਿਹਨੂੰ ਕਹਿੰਦੇ ਨੇ, ਉਹਦਾ ਇੱਕ ਸਭ ਤੋਂ ਵੱਡਾ ਮਾਈਨਸ ਪੁਆਇੰਟ ਹੈ ਜੀ ਕਿ ਉਹ 'ਚ ਦੀਮਕ ਆ ਜਾਂਦੀ ਹੈ ਜੀ, ਟਰਮਾਈਟ ਜਿਹਨੂੰ ਕਹਿੰਦੇ ਆ। ਕਿਉਂਕਿ ਕੱਚਾ ਗੋਬਰ ਉਹਦਾ ਖਾਣਾ ਹੈ ਜੀ, ਉਹਨੇ ਆਉਣਾ ਹੀ ਆਉਣਾ, ਤੇ ਉਹ ਫਿਰ ਨੁਕਸਾਨ ਵੀ ਕਰਦਾ ਹੈ। ਜਿਵੇਂ ਆਪਾਂ ਘਰਾਂ ਦੇ ਵਿਹੜੇ 'ਚ ਰੂੜੀ ਖਾਦ ਪਾ ਦਿੰਦੇ ਆ, ਆਪਣੇ ਘਰ ਤਾਂ ਪੱਕੇ ਨੇ ਜੀ, ਬਟ ਫਿਰ ਵੀ ਉਹ ਕੀ ਹੁੰਦਾ ਹੈ ਜੀ, ਸਾਡੇ ਉਹਨੂੰ ਘੁਣ ਲੱਗ ਜਾਂਦਾ ਹੈ ਜਾਂ ਟਰਮਾਈਟ ਲੱਗ ਜਾਂਦਾ ਹੈ, ਦੀਮਕ ਲੱਗ ਜਾਂਦਾ। ਅਸੀਂ ਸੋਚਦੇ ਹਾਂ ਕਿ ਸਾਡਾ ਘਰ ਤਾਂ ਪੱਕਾ ਹੈ ਜੀ, ਪਰ ਦੀਮਕ ਕਿੱਥੋਂ ਆ ਗਈ? ਉਹ ਤੁਹਾਡੇ ਵਿਹੜੇ 'ਚੋਂ ਜਿਹੜੀ ਤੁਸੀਂ ਉਹ ਰੂੜੀ ਖਾਦ ਪਾਈ ਹੈ ਨਾ ਜੀ, ਉਹਦਾ ਰਿਜ਼ਲਟ ਹੈ ਜੀ। ਤੇ ਜਿਹੜੀ ਇਹ ਖਾਦ ਹੈ ਵਰਮੀ ਕੰਪੋਸਟ, ਇਹ 2 ਵਾਰ ਯਾਨੀ ਡੀਕੰਪੋਜ਼ ਹੁੰਦੀ ਹੈ ਜੀ। ਇੱਕ ਵਾਰ ਤਾਂ ਵੈਸੇ ਡੀਕੰਪੋਜ਼ ਹੁੰਦੀ ਨੈਚੁਰਲੀ ਤਰੀਕੇ ਨਾਲ, ਦੂਜਾ ਗੰਡੋਆ ਜਦੋਂ ਇਹਨੂੰ ਖਾ ਕੇ ਡੀਕੰਪੋਜ਼ ਕਰਦਾ ਹੈ ਜੀ, ਤੇ ਡਬਲ ਡੀਕੰਪੋਜ਼ ਹੋ ਜਾਂਦੀ ਹੈ। ਇਹਦੇ ਵਿੱਚ ਜਿਹੜੇ ਬੀਜ ਰਹਿ ਜਾਂਦੇ ਨੇ ਜੀ, ਕਿਉਂਕਿ ਜਦੋਂ ਜਾਨਵਰ ਖਾਂਦਾ ਹੈ ਨਾ ਜੀ ਘਾਹ ਫੂਸ, ਤੇ 25% ਬੀਜ ਉਹ ਡਾਈਜੈਸਟ ਨਹੀਂ ਕਰ ਸਕਦਾ ਜੀ। ਉਹ ਗੋਹਾ ਜਦੋਂ ਅਸੀਂ ਦੁਬਾਰਾ ਖੇਤਾਂ 'ਚ ਪਾਉਂਦੇ ਹਾਂ ਤਾਂ ਉਹ ਦੁਬਾਰੇ ਘਾਹ ਫੂਸ ਉੱਗ ਆਉਂਦਾ, ਜਿਹਨੂੰ ਖਤਪਤਵਾਰ ਵੀ ਕਹਿੰਦੇ, ਫਾਲਤੂ ਦੇ ਪੌਦੇ ਉਹ ਲੱਗ ਆਉਂਦੇ ਨੇ ਜੀ, ਉਹ ਵੀ ਨੁਕਸਾਨ ਹੁੰਦਾ। ਬਟ ਇਹ ਜਦੋਂ ਪੂਰੀ ਡੀਕੰਪੋਜ਼ ਹੁੰਦੀ ਹੈ, ਇਹ 'ਚ ਕੋਈ ਵੀ ਬੀਜ ਨਹੀਂ ਹੁੰਦਾ ਜੀ। ਤੇ ਨਾਲੇ ਇਹਦੀ ਨਿਊਟ੍ਰੀਸ਼ਨ ਵੈਲਿਊ ਉਸ ਖਾਦ ਨਾਲੋਂ 8 ਗੁਣਾ ਜ਼ਿਆਦਾ ਹੈ ਜੀ। ਉਹ ਨਿਊਟ੍ਰੀਸ਼ਨ ਵੈਲਿਊ ਇਵੇਂ ਹੈ ਜਿਵੇਂ ਇਹਦੇ ਵਿੱਚ ਲੋਹਾ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਕਾਰਬਨ, ਬਾਇਓਕਾਰਬਨ, ਇਹ ਸਾਰੇ ਪ੍ਰੋਡਕਟ 13 ਤਰ੍ਹਾਂ ਦੇ ਇਹਦੇ ਵਿੱਚ ਇਨਕਲੂਡ ਹੁੰਦੇ ਆ, NAP, DAP, ਜੋ ਕਿ ਸਾਨੂੰ ਬਾਅਦ 'ਚ ਪਾਉਣ ਦੀ ਲੋੜ ਨਹੀਂ ਹੈ ਜੀ। ਇਸੇ ਕਰਕੇ ਜਿਹਦੇ ਕਿਉਂਕਿ ਜਿਹੜਾ ਪੌਦਾ ਹੁੰਦਾ ਨਾ ਜੀ,
ਕੋਈ ਵੀ ਫਰੂਟ ਵਾਲਾ ਪੌਦਾ ਜਾਂ ਆਪਣਾ ਜੋ ਵੀ ਅਨਾਜ ਅਨੂਜ ਹੁੰਦੇ ਨੇ ਜੀ, ਇਹਨਾਂ ਨੂੰ 16 ਤਰ੍ਹਾਂ ਦੇ ਤੱਤ ਚਾਹੀਦੇ ਹੁੰਦੇ ਨੇ ਜੀ। 16 ਤੱਤਾਂ ਚੋਂ ਇਹ 3 ਮਿੱਟੀ, ਪਾਣੀ ਤੇ ਹਵਾ ਚੋਂ ਲੈ ਲੈਂਦੇ ਨੇ ਜੀ। 13 ਤੱਤ ਵਰਮੀ ਕੰਪੋਸਟ ਵਿੱਚ ਮੌਜੂਦ ਹੈ ਜੀ। ਤੁਹਾਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ ਹੈ ਜੀ ਹੋਰ। ਹਾਂਜੀ ਧਰਮਿੰਦਰ ਜੀ, ਸਪੈਸ਼ਲਿਟੀ ਕੀ ਹੋਰ ਕੀ ਸਪੈਸ਼ਲਿਟੀ ਹੈ ਫਸਲ ਦੀ ਪੈਦਾਵਾਰ ਚ ਹੋਰ ਕਿੰਨਾ ਕੁ ਫਾਇਦਾ ਕਰਦੀ ਹੈ? ਦੇਖੋ ਜੀ, ਫਸਟ ਆਫ ਆਲ ਤਾਂ ਇਹ ਹੈ ਜੀ ਕਿ ਜੇ ਤੁਸੀਂ ਵਰਮੀ ਕੰਪੋਸਟ ਆਪਣੇ ਖੇਤ 'ਚ ਪਾਉਂਦੇ ਹੋ ਤਾਂ ਇਹਦੀ ਮਾਤਰਾ ਘਟਦੀ ਜਾਂਦੀ ਹੈ। ਜਦੋਂ ਕਿ ਯੂਰੀਆ ਡੀਏਪੀ ਜਦੋਂ ਤੁਸੀਂ ਪਾਓਗੇ ਤਾਂ ਉਹ ਹਰੇਕ ਸਾਲ 5 ਕਿਲੋ 2 ਕਿਲੋ ਵਧਾ ਕੇ ਪਾਉਣਾ ਪੈਂਦਾ ਜੀ। ਇਹ 'ਚ ਕੀ ਹੈ ਕਿ ਜੀ ਇੱਕ ਤਾਂ ਇਹ ਤੁਹਾਡੇ ਖੇਤ ਨੂੰ ਕਰ ਦੂਗੀ ਆਰਗੈਨਿਕ, ਠੀਕ ਹੈ ਜੀ। ਨੰਬਰ 2, ਇਹ ਖਾਦ ਘਟਦੀ ਜਾਂਦੀ ਹੈ। ਜਿਵੇਂ ਪਹਿਲੇ ਸਾਲ ਤੁਸੀਂ 2 ਤੋਂ 3 ਟਨ ਪਾਓਗੇ, ਉਹ ਤੋਂ ਬਾਅਦ ਅਗਲੇ ਸਾਲ 2 ਤੋਂ 1 ਤੋਂ 2 ਟਨ ਪਾਓਗੇ, ਉਹ ਤੋਂ ਬਾਅਦ 1 ਟਨ ਨਾਲ ਵੀ ਸਰੀ ਜਾਊਗਾ ਜੀ, ਘਟਦੀ ਜਾਏਗੀ। ਕਿਉਂਕਿ ਤੁਹਾਡਾ ਖੇਤ ਇੰਨਾ ਨਿਊਟ੍ਰੀਸ਼ਨ ਹੋ ਜਾਣਾ ਜ਼ਮੀਨ 'ਚ, ਤੁਹਾਡੇ ਸੋਇਲ ਹੈ ਜਿਹੜੀ ਮਿੱਟੀ ਆ ਉਹ ਇੰਨੀ ਉਪਜਾਊ ਹੋ ਜਾਣੀ, ਫਿਰ ਤੁਹਾਨੂੰ ਖਾਦ ਜ਼ਿਆਦਾ ਪਾਉਣ ਦੀ ਲੋੜ ਹੀ ਨਹੀਂ ਪੈਣੀ। ਗੰਡੋਆ ਇੰਨਾ ਹੋ ਜਾਣਾ, ਕਿਉਂਕਿ ਜਦੋਂ ਆਪਾਂ ਯੂਰੀਆ ਜਾਂ ਕੋਈ ਹੋਰ ਕੈਮੀਕਲ ਪਾਉਂਦੇ ਹਾਂ ਤਾਂ ਉਹ ਗੰਡੋਆ ਮਾਰ ਦਿੰਦਾ ਹੈ ਜੀ। ਤੇ ਗੰਡੋਆ ਸਭ ਤੋਂ ਕਹਿੰਦੇ ਆ ਵੀ ਕਿਸਾਨ ਦਾ ਸੱਚਾ ਮਿੱਤਰ ਹੈ ਜੀ। ਇਹ 20 ਵਾਰ ਦਿਨ 'ਚ ਉੱਤੇ ਜਾਂਦਾ ਹੈ, 20 ਵਾਰ ਨੀਚੇ ਆਉਂਦਾ ਹੈ, ਯਾਨੀ ਕਿ 40 ਸੁਰਾਖ ਬਣਾਉਂਦਾ ਹੈ ਇੱਕ ਦਿਨ 'ਚ, ਠੀਕ ਹੈ ਜੀ। ਜਿਸ ਨਾਲ ਪਾਣੀ ਤੇ ਹਵਾ ਜ਼ਮੀਨ 'ਚ ਪਹੁੰਚਦੀ ਹੈ ਤੇ ਤੁਹਾਡੀ ਜਿਹੜੀ ਫਸਲ ਹੈ ਉਹ ਪੈਦਾਵਾਰ ਅੱਛੀ ਹੋਏਗੀ ਦੀ, ਪ੍ਰੋਡਕਸ਼ਨ ਅੱਛੀ ਹੋਏਗੀ ਜੀ। ਜੀ ਇੱਕ ਤਰ੍ਹਾਂ ਦਾ ਟਰੈਕਟਰ ਚੱਲ ਜਾਂਦਾ ਜੀ। ਹਾਂਜੀ ਧਰਮਿੰਦਰ ਜੀ, ਕਿੰਨੇ ਕੁ ਕਿਸਾਨ ਹੁਣ ਤੱਕ ਤੋਂ ਫਾਇਦਾ ਲੈ ਚੁੱਕੇ ਨੇ? ਕੋਈ ਹੋਰ ਸਿਖਲਾਈ ਵਗੈਰਾ ਵੀ ਦਿੰਦੇ ਹੋ? ਕਿੰਨੇ ਕੁ ਯੂਨਿਟ ਹੋਰ ਪੰਜਾਬ 'ਚ ਲੱਗੇ ਹੋਏ? ਜੀ ਬਿਲਕੁਲ ਜੀ, ਸਾਡੇ ਯੂਨਿਟ ਤੇ ਸਿਖਲਾਈ ਬਿਲਕੁਲ ਫ੍ਰੀ ਹੈ ਜੀ। ਤੇ ਸਗੋਂ ਸਾਡੇ ਨਾਲ 4-5 ਕਾਲਜ, ਸਾਡੇ ਟੌਪ ਦੇ ਕਾਲਜ ਮੇਰੇ ਨਾਲ ਅਟੈਚ ਨੇ ਜੀ। ਈਵਨ ਨਾਈਪਰ ਤੁਸੀਂ ਸੁਣਿਆ ਹੋਣਾ, ਮੋਹਾਲੀ ਨਾਈਪਰ, ਉੱਥੇ ਵੀ ਸਾਇੰਟਿਸਟਾਂ ਨੇ ਮੇਰੇ ਤੋਂ ਉੱਥੇ ਯੂਨਿਟ ਲਗਵਾਇਆ ਹੈ ਜੀ ਇੱਕ। ਤੇ ਕਾਲਜਾਂ ਦੇ ਸਟੂਡੈਂਟ ਆਉਂਦੇ ਨੇ ਜੀ, ਬਾਇਓ ਦੇ ਜਿੰਨੇ ਵੀ ਸਟੂਡੈਂਟ ਹੈ ਮੇਰੇ ਤੋਂ ਟ੍ਰੇਨਿੰਗ ਲੈਂਦੇ ਨੇ ਜੀ। ਤੇ ਬਾਕੀ ਕਿਸਾਨਾਂ ਲਈ ਟ੍ਰੇਨਿੰਗ ਫ੍ਰੀ ਹੈ ਜੀ, ਫ੍ਰੀ ਆਫ ਕਾਸਟ ਹੈ। ਕਦੇ ਵੀ ਤੁਸੀਂ ਆ ਸਕਦੇ ਹੋ ਮੇਰੇ ਯੂਨਿਟ ਤੇ, ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ। ਹਾਂਜੀ, ਜੇਕਰ ਤੁਸੀਂ ਸਰਟੀਫਿਕੇਟ ਲੈਂਦੇ ਹੋ ਸਾਡੇ ਤੋਂ, ਉਸ ਦੀ ਇੱਕ ਨੋਮੀਨਲ ਜੀ ਫੀਸ ਹੈ ਜੀ। ਅਸੀਂ ਰਜਿਸਟਰਡ ਸਰਟੀਫਿਕੇਟ ਵੀ ਦਿੰਦੇ ਹਾਂ ਟ੍ਰੇਨਿੰਗ ਦਾ। ਹਾਂਜੀ, ਉਹ ਤੁਹਾਡੇ ਕੰਮ ਆਉਂਦਾ ਹੈ ਕਿਉਂਕਿ ਉਹਦੇ ਨਾਲ ਤੁਹਾਡਾ ਐਕਸਪੀਰੀਅੰਸ ਕਾਊਂਟ ਹੁੰਦਾ ਹੈ ਜੀ। ਤੇ ਦੂਜਾ, ਕਈ ਵਾਰ ਤੁਹਾਨੂੰ ਸਬਸਿਡੀ ਜਾਂ ਬੈਂਕ ਤੋਂ ਲੋਨ ਲੈਣਾ ਹੋਵੇ ਤਾਂ ਉੱਥੇ ਕਾਪੀ ਲੱਗਦੀ ਹੈ ਜੀ ਉਸਦੀ। ਤੇ ਇਸ ਕਰਕੇ ਉਹ ਬੈਨੀਫਿਟ ਹੁੰਦਾ ਜੀ ਉਸਦਾ। ਜੇ ਕੋਈ ਟ੍ਰੇਨਿੰਗ ਦੇ ਨਾਲ ਸਰਟੀਫਿਕੇਟ ਵੀ ਲੈਣਾ ਚਾਹੇ ਤਾਂ ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ ਜੀ। ਜੀ ਧਰਮਿੰਦਰ ਜੀ, ਫੈਮਿਲੀ ਦਾ ਕਿੰਨਾ ਸਹਿਯੋਗ ਹੈ? ਕਿਉਂਕਿ ਜੌਬ ਛੱਡ ਕੇ ਕਈ ਵਾਰੀ ਫੈਮਿਲੀ ਕਹਿੰਦੀ ਵੀ ਮੁੰਡਾ ਜੌਬ ਹੀ ਕਰੇ, ਜਿਹਨੇ ਜੌਬ ਕੀਤੀ ਹੁੰਦੀ ਹੈ, ਸੋ ਤੁਸੀਂ ਇਹ ਪ੍ਰੋਫੈਸ਼ਨਲ ਆ ਗਏ, ਸੋ ਫੈਮਿਲੀ ਦਾ ਕਿੰਨਾ ਦਾ ਸਹਿਯੋਗ ਹੈ? ਦੇਖੋ ਵੀਰ ਜੀ, ਮੈਂ ਪਹਿਲਾਂ 15 ਸਾਲ ਜੌਬ ਕੀਤੀ ਹੈ ਏਸੀ 'ਚ ਬੈਠ ਕੇ, ਤੇ ਨਾ ਲੈਪਟਾਪ ਤੇ ਜੌਬ ਕੀਤੀ ਹੈ, ਕਿਉਂਕਿ ਕਲੈਰੀਕਲ ਜੌਬ ਸੀ ਇੱਕ ਤਰ੍ਹਾਂ ਦੀ ਮੇਰੀ। ਤੇ ਲੋਕਾਂ ਨਾਲ ਟਾਈ ਅਪ ਕਰਨਾ ਜਾਂ ਐਂਟਰਟੇਨ ਕਰਨਾ ਹੈ ਨਾ ਜੀ ਆਫਿਸਸ ਵਿੱਚ। ਤੇ ਨੈਚੁਰਲੀ ਘਰਦਿਆਂ ਨੂੰ ਤਾਂ ਚਲੋ ਸਿਚੁਏਸ਼ਨ ਪਤਾ ਹੀ ਹੁੰਦੀ ਹੈ, ਬਟ ਰਿਸ਼ਤੇਦਾਰੀਆਂ 'ਚ ਲੋਕਾਂ ਨੂੰ ਇਹ ਹੁੰਦਾ ਕਿ ਯਾਰ ਤੂੰ 15 ਸਾਲ ਏਸੀ 'ਚ ਬੈਠ ਕੇ ਜੌਬ ਕੀਤੀ ਹੈ ਤੇ ਹੁਣ ਕਿੱਥੇ ਗੋਹੇ 'ਚ ਹੱਥ ਮਾਰੇਗਾ, ਹੁੰਦਾ ਹੈ ਜੀ। ਡੀਮੋਟੀਵੇਟ ਕਰਦੇ ਨੇ ਲੋਕ, ਬਟ ਜਦੋਂ ਤੁਸੀਂ ਠਾਣ ਲੈਂਦੇ ਹੋ ਨਾ ਕਿ ਮੈਂ ਕਿਤੇ ਉਸ 'ਚ ਫੀਲਡ 'ਚ ਉਤਰਨਾ ਹੈ ਤੇ ਫਿਰ ਉਤਰ ਜਾਣਾ ਚਾਹੀਦਾ ਜੀ। ਤੇ ਫਿਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਹਾਂਜੀ, ਤੇ ਉਸ ਤੋਂ ਨਾਲ ਜੀ ਦੇਖੋ, ਮਿਹਨਤ ਹੈ, ਮਿਹਨਤ ਕਰੋਗੇ ਤਾਂ ਕਿਤੇ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਪਾ ਸਕਦੇ ਹੋ ਜੀ। ਜੇਕਰ ਕਿਸੇ ਕਿਸਾਨ ਵੀਰ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਇੱਕ ਵਾਰੀ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ, ਬੋਲ ਦਿਓ ਕਿ ਦਰਸ਼ਕ ਦੇਖ ਰਹੇ ਨੇ ਜੀ। ਜ਼ਰੂਰ ਜੀ, ਮੇਰਾ ਨੰਬਰ 9914251313 ਹੈ ਜੀ। ਇਸ ਤੋਂ ਇਲਾਵਾ ਇੱਕ ਹੋਰ ਨੰਬਰ ਹੈ ਜੀ, ਨੋਟ ਕਰ ਲਿਓ, 8568085680। ਤੁਸੀਂ ਕਦੇ ਵੀ ਮੇਰੇ ਤੋਂ ਇਸ ਨੰਬਰਾਂ ਤੇ ਕੰਟੈਕਟ ਕਰਕੇ ਕੋਈ ਵੀ ਸਲਾਹ ਲੈ ਸਕਦੇ ਹੋ। ਮੈਂ ਕਦੇ ਵੀ ਆਪ ਜੀ ਨੂੰ ਯਾਨੀ ਕਿ ਹਰੇਕ ਤਰ੍ਹਾਂ ਦੀ ਸਲਾਹ ਦੇਵਾਂਗਾ ਜੀ। ਜੇਕਰ ਤੁਹਾਨੂੰ ਕੋਈ ਹਰਡਲ ਆਉਂਦਾ ਇਸ ਕੰਮ 'ਚ, ਤੁਸੀਂ ਮੇਰੇ ਤੋਂ ਸਲਾਹ ਲੈ ਸਕਦੇ ਹੋ ਜੀ। ਧਰਮਿੰਦਰ ਜੀ, ਸੇਲ ਵਗੈਰਾ ਕਿੱਦਾਂ ਕਰਦੇ ਹੋ ਫਿਰ ਖਾਦ ਦੀ, ਆਰਗੈਨਿਕ ਖਾਦ ਦੀ, ਤੇ ਇਹਦੀ ਕਾਸਟ 'ਚ ਕਿੰਨਾ ਕੁ ਫਰਕ ਹੈ ਦੂਸਰੀ ਖਾਦ ਨਾਲੋਂ? ਹਾਂਜੀ, ਦੇਖੋ ਜੀ, ਜੇ ਗੱਲ ਕਰੀਏ ਕਾਸਟ ਦੀ, ਪਹਿਲਾਂ ਤਾਂ ਜੇ ਆਪਾਂ 1 ਏਕੜ ਦੇ ਵਿੱਚ ਆਪਾਂ ਰੂੜੀ ਖਾਦ ਪਾਉਂਦੇ ਹਾਂ, ਕਿਉਂਕਿ 6-7 ਟਰਾਲੀਆਂ ਪੈਂਦੀਆਂ ਨੇ ਜੀ ਉਹ। ਉਸ ਤੋਂ ਇਲਾਵਾ ਡੀਏਪੀ, ਯੂਰੀਆ, ਪੈਸਟੀਸਾਈਡ ਪਾਉਣੇ ਪੈਂਦੇ ਆ ਜਦੋਂ ਜ਼ਹਿਰੀਲੀਆਂ, ਉਹਨਾਂ ਕਰਕੇ ਕੀਟਨਾਸ਼ਕ ਹੈ ਨਾ, ਉਹ ਕਰਨੇ ਪੈਂਦੇ ਆ। ਓਵਰਆਲ ਜੇ ਆਪਾਂ ਖਰਚਾ ਮੰਨੀਏ ਤਾਂ 30,000 ਰੁਪਇਆ ਖਰਚਾ ਆ ਜਾਂਦਾ ਜੀ 1 ਕਿੱਲੇ ਤੇ। ਬਟ ਜੇ ਆਪਾਂ ਇਹ ਬਲਕ 'ਚ ਲੈਂਦੇ ਹਾਂ ਖਾਤਾ, ਇਹਦਾ ਰੇਟ ਕੋਈ ਨੋਮੀਨਲ ਜਾਂ ਰੇਟ ਹੈ ਜੀ 6 ਰੁਪਏ ਕਿਲੋ ਲੂਜ਼, ਯਾਨੀ ਕਿ ਬਲਕ 'ਚ ਜੇ ਕੋਈ ਲੈਂਦਾ ਹੈ। ਜੇਕਰ ਆਪਾਂ 2 ਜਾਂ 3 ਟਨ ਪਾਉਂਦੇ ਹਾਂ, 3 ਟਨ ਪਾ ਦਿੰਦੇ ਹਾਂ ਤਾਂ ਉਹ 18,000 ਦੀ ਬਣਦੀ ਹੈ ਜੀ। ਤੇ ਇਸ ਕਰਕੇ ਤੁਹਾਡਾ 12,000 ਸਾਲ ਦਾ ਬਚਦਾ ਹੀ ਹੈ, ਤੇ ਤੁਹਾਡਾ ਖਾਦ ਵੀ ਆਰਗੈਨਿਕ ਵੱਲ ਹੋ ਜਾਂਦਾ ਜੀ। 3 ਸਾਲ ਵਿੱਚ ਤੁਹਾਡਾ ਇਹ ਖੇਤ ਤੁਹਾਡਾ ਆਰਗੈਨਿਕ ਹੋ ਜਾਂਦਾ ਜੀ, ਤੇ ਕੁਆਂਟੀਟੀ ਘਟਦੀ ਜਾਂਦੀ ਹੈ ਜੀ। ਜੀ ਸੋ ਲਾਸਟ ਕੋਈ ਮੈਸੇਜ, ਕੋਈ ਕਿਸਾਨ ਵੀਰਾਂ ਲਈ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਸਾਨੂੰ ਆਰਗੈਨਿਕ ਵੱਲ ਜਾਣਾ ਚਾਹੀਦਾ ਹੈ ਜੀ, ਤੇ ਆਪਣੇ ਕੁਦਰਤੀ ਆਹਾਰ ਵੱਲ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਬਿਮਾਰੀਆਂ ਤੋਂ ਬਚਣ
ਤੇ ਨਾਲੇ ਤੁਹਾਨੂੰ ਇੱਕ ਮਨ ਦੀ ਸੈਟੀਸਫੈਕਸ਼ਨ ਹੋਊਗੀ, ਦਿਮਾਗੀ ਸੈਟੀਸਫੈਕਸ਼ਨ ਹੋਊਗੀ ਕਿ ਤੁਸੀਂ ਆਪਣੇ ਦੇਸ਼ ਲਈ ਕੁਝ ਕਰ ਰਹੇ ਹੋ, ਜਨਰੇਸ਼ਨ ਲਈ ਵੀ ਕਰ ਰਹੇ ਹੋ। ਤੇ ਮੇਰੀ ਇਹੀ ਮੁਰਾਦ ਹੈ ਜੀ ਸਾਰਿਆਂ ਤੋਂ ਕਿ ਤੁਸੀਂ ਆਰਗੈਨਿਕ ਵੱਲ ਜਾਓ, ਜੈਵਿਕ ਵੱਲ ਜਾਓ ਤੇ ਵੱਧ ਤੋਂ ਵੱਧ ਵਰਮੀ ਕੰਪੋਸਟ ਪੈਸਟੀਸਾਈਡ ਨੂੰ ਅਵੋਇਡ ਕਰੋ ਜੀ। ਜੀ ਜੀ। ਸੋ ਅਸੀਂ ਧਰਮਿੰਦਰ ਲਾਡੀ ਜੀ ਜੋ ਆਰਗੈਨਿਕ ਖਾਦ ਤਿਆਰ ਕਰਦੇ ਨੇ ਗੰਡੋਇਆ ਰੇਂਜ ਤੋਂ, ਜਿਨ੍ਹਾਂ ਦਾ ਬਹੁਤ ਹੀ ਅੱਛਾ ਉਪਰਾਲਾ ਹੈ। ਸੋ ਉਹਨਾਂ ਨੂੰ ਮੈਸੇਜ ਹੈ, ਇੱਕ ਸੰਦੇਸ਼ ਹੈ ਲੋਕਾਂ ਨੂੰ, ਕਿਉਂਕਿ ਉਹ ਆਰਗੈਨਿਕ ਖਾਦ ਨਹੀਂ ਆਪਾਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਸੋ ਬਣੇ ਰਹੋ ਸਾਡੇ ਨਾਲ ਤਾਜ਼ੀਆਂ ਖਬਰਾਂ ਲਈ। ਕੈਮਰਾਮੈਨ ਸ਼ਿਵਿੰਦਰ ਦੇ ਨਾਲ ਮੈਂ ਹਰਮਨ ਮੀਆਂਪੁਰੀ, ਦਿਸ਼ਾ ਅਪਡੇਟ ਨਿਊਜ਼ ਖਰੜ।